ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਦਾ ਸਾਡਾ ਟੌਪਿਕ ਹੈ ਏਪੀ ਮਤਲਬ ਅਰਥਮੈਟਿਕ ਪ੍ਰੋਗਰੈਸ਼ਨ, ਜਿਹਨੂੰ ਪੰਜਾਬੀ ਦੇ ਵਿੱਚ ਅੰਕਗਣਿਤਕ ਲੜੀਆਂ ਕਿਹਾ ਜਾਂਦਾ ਹੈ। ਇਹ ਟੌਪਿਕ ਕਾਫੀ ਇੰਪੋਰਟੈਂਟ ਹੈ। ਇਹਦੇ ਵਿੱਚ 2 ਜਾਂ 3 ਨੰਬਰ ਦੇ ਕੁਐਸਚਨ ਜ਼ਰੂਰ ਆਉਂਦੇ ਨੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਸਾਨੂੰ ਇੱਕ ਸੀਕੁਐਂਸ ਦਿੱਤੀ ਹੋਏਗੀ A1 A2 A3 A4 ਅਪ ਟੂ AN ਤੱਕ, ਤਾਂ ਜਿਹੜੀ ਸਾਡੇ ਕੋਲ ਪਹਿਲੀ A1 ਹੋਏਗਾ ਉਹਨੂੰ ਅਸੀਂ ਕਹਾਂਗੇ ਫਸਟ ਟਰਮ, A2 ਨੂੰ ਕਹਾਂਗੇ ਸੈਕਿੰਡ ਟਰਮ, ਇਸੇ ਤਰ੍ਹਾਂ ਹੀ AN ਨੂੰ ਅਸੀਂ ਕਹਾਂਗੇ nth ਟਰਮ ਕਹਾਂਗੇ। ਸੋ ਇਸ ਤੋਂ ਬਾਅਦ ਜਿਵੇਂ ਸਾਡੇ ਕੋਲ ਮੇਨ ਪੁਆਇੰਟ ਇੱਕ ਨਿਕਲ ਕੇ ਆਉਂਦਾ ਹੁੰਦਾ ਹੈ ਕਿ ਡੀ ਕੀ ਹੁੰਦਾ ਹੈ। ਡੀ ਹੁੰਦਾ ਹੈ ਡਿਫਰੈਂਸ, ਮਤਲਬ ਅੰਤਰ ਕਿਹਦਾ, 2 ਰੈਗੂਲਰ ਟਰਮਸ ਦਾ, 2 ਲਗਾਤਾਰ ਸੰਖਿਆਵਾਂ ਦਾ ਅੰਤਰ ਹੋਏਗਾ। ਜਿਵੇਂ A2 ਮਾਈਨਸ A1 ਉਹ ਵੀ ਡੀ ਹੋਏਗਾ, A3 ਮਾਈਨਸ A2 ਵੀ ਡੀ ਹੋਏਗਾ, ਅਪ ਟੂ AN ਮਾਈਨਸ 1 ਵੀ ਡੀ ਹੋਏਗਾ। ਜੇ ਡੀ ਬਰਾਬਰ ਨਹੀਂ ਆ ਰਿਹਾ, ਮਤਲਬ ਕਿ A2 ਮਾਈਨਸ A1 ਬਰਾਬਰ ਡੀ ਹੈ ਅਤੇ A3 ਮਾਈਨਸ A2 ਬਰਾਬਰ ਡੀ ਦੇ ਨਹੀਂ ਹੈ, ਤਾਂ ਇਹ AP ਨਹੀਂ ਹੋਏਗੀ। AP ਲਈ ਕੰਡੀਸ਼ਨ ਇਹੀ ਹੁੰਦੀ ਹੈ ਕਿ ਡਿਫਰੈਂਸ ਜੋ ਹੈ 2 ਟਰਮਸ ਦਾ ਉਹ ਬਰਾਬਰ ਹੁੰਦਾ ਹੈ। ਤੋਂ ਅਗਲਾ ਪੁਆਇੰਟ ਇਹਦੇ ਵਿੱਚ ਜੋ ਕਵਰ ਕਰਨ ਵਾਲਾ ਹੈ ਉਹ ਹੈ ਫਾਰਮੂਲਾਸ। ਜਿਵੇਂ ਅਸੀਂ nth ਟਰਮ ਪਤਾ ਕਰਨੀ ਹੈ, ਡਿਫਰੈਂਸ ਪਤਾ ਕਰਨਾ ਹੈ, ਜਾਂ ਪਹਿਲੀ ਟਰਮ ਪਤਾ ਕਰਨੀ ਹੈ, ਜਾਂ ਅਸੀਂ n ਪਤਾ ਕਰਨਾ ਹੈ, ਤਾਂ ਕਿਹੜਾ ਫਾਰਮੂਲਾ ਲੱਗੇਗਾ। ਉਹ ਹੈ AN ਇਕੁਅਲ ਟੂ A ਪਲਸ N ਮਾਈਨਸ 1D। ਇਹ ਫਾਰਮੂਲਾ ਲੱਗੇਗਾ। ਜੇਕਰ ਅਸੀਂ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ, ਟਰਮਸ ਦਾ ਜੋੜ ਪਤਾ ਕਰਨਾ ਹੈ, ਤਾਂ ਸਾਡੇ ਕੋਲ 2 ਫਾਰਮੂਲਾਜ਼ ਹੁੰਦੇ ਨੇ। ਫਸਟ ਹੈ SN ਇਕੁਅਲ ਟੂ N/2 A ਪਲਸ L ਜੋ ਹੈ ਉਹਦਾ ਮਤਲਬ ਹੁੰਦਾ ਹੈ ਆਖਰੀ ਟਰਮ। ਇਸ ਦਾ ਜੋ ਸੈਕਿੰਡ ਫਾਰਮੂਲਾ ਹੈ ਉਹ ਹੈ SN ਇਕੁਅਲ ਟੂ N/2 2A ਪਲਸ N ਮਾਈਨਸ 1D। ਜੇਕਰ ਸਾਨੂੰ ਲਾਸਟ ਟਰਮ ਨਹੀਂ ਪਤਾ ਹੁੰਦੀ ਤਾਂ ਅਸੀਂ ਇਸ ਫਾਰਮੂਲੇ ਦੀ ਯੂਜ਼ ਕਰਕੇ ਆਨਸਰ ਕੱਢ ਸਕਦੇ ਹਾਂ। ਸਾਡਾ ਫਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ AP ਹੈ। ਤਾਂ AP ਵਾਸਤੇ ਜੋ ਡਿਫਰੈਂਸ ਹੈ ਸਾਰਿਆਂ ਦਾ ਉਹ ਬਰਾਬਰ ਹੁੰਦਾ ਹੈ। ਜਿਵੇਂ ਫਸਟ ਆਪਸ਼ਨ ਲੈ ਕੇ ਚੱਲਦੇ ਹਾਂ ਅਸੀਂ A ਸਕੁਅਰ A ਦੀ ਪਾਵਰ 8 A ਦੀ ਪਾਵਰ 4। ਜਦੋਂ ਅਸੀਂ ਨਾ ਡਿਫਰੈਂਸ ਕਰਦੇ ਹਾਂ ਨਾ ਤਾਂ ਉਹ ਬਰਾਬਰ ਨਹੀਂ ਆਉਂਦਾ। ਜਦੋਂ ਸੈਕਿੰਡ ਆਪਸ਼ਨ ਲੈਂਦੇ ਹਾਂ ਤਾਂ ਵੀ ਸਾਡੇ ਕੋਲ D1 ਨੋਟ ਇਕੁਅਲ ਟੂ D2 ਹੈ। ਜੇ ਅਸੀਂ ਥਰਡ ਆਪਸ਼ਨ ਲੈ ਕੇ ਚੱਲਦੇ ਹਾਂ ਤਾਂ ਵੀ ਸਾਡੇ ਕੋਲ ਜੋ ਡਿਫਰੈਂਸ ਹੈ ਉਹ ਬਰਾਬਰ ਨਹੀਂ ਆਉਂਦਾ 2 ਟਰਮਸ ਦਾ। ਜਦੋਂ ਅਸੀਂ ਫੋਰਥ ਆਪਸ਼ਨ ਲੈ ਕੇ ਚੱਲਦੇ ਹਾਂ ਸਾਡੇ ਕੋਲ D1 ਇਕੁਅਲ ਟੂ D2 ਆ ਰਿਹਾ, ਮਤਲਬ ਡਿਫਰੈਂਸ ਸੇਮ ਹੈ, ਤਾਂ ਇਹ AP ਹੋਏਗੀ। ਆਪਸ਼ਨ ਡੀ ਇਸ ਦਾ ਰਾਈਟ ਆਂਸਰ ਹੋਏਗਾ। ਅਗਲਾ ਕੁਐਸਚਨ ਹੈ ਉਹ ਲੜੀ ਜਿਸ ਦੀ nਵੀਂ ਟਰਮ 3 ਮਾਈਨਸ 5n ਹੈ। ਤਾਂ ਉਹ ਲੜੀ ਅਸੀਂ ਪਤਾ ਕਰਨੀ ਹੈ। ਅਸੀਂ ਇੱਥੇ n ਦੀ ਵੈਲਿਊਜ਼ ਪੁੱਟ ਕਰਕੇ ਦੇਖਾਂਗੇ। n ਦੀ ਵੈਲਿਊ 1 2 3 ਤੱਕ ਪੁੱਟ ਕਰਕੇ ਦੇਖਾਂਗੇ। ਸਾਡੇ ਕੋਲ ਸੀਕੁਐਂਸ ਕੀ ਬਣੇਗੀ, -2 -7 -12। ਸਾਡੇ ਕੋਲ ਜੋ ਆਪਸ਼ਨ ਫਸਟ ਹੈ ਉਹ ਇਸ ਦਾ ਰਾਈਟ ਆਂਸਰ ਹੋਏਗਾ। ਅਗਲੇ ਕੁਐਸਚਨ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਕਿ ਇੱਕ AP ਹੈ 21 18 15 ਇਸ ਤਰ੍ਹਾਂ ਰੈਗੂਲਰ ਸੀਕੁਐਂਸ ਬਣ ਰਹੀ ਹੈ। ਤਾਂ ਇਹਦੇ ਵਿੱਚ -81 ਜੋ ਹੈ ਉਹ ਕਿੰਨਵੀਂ ਟਰਮ ਹੋਏਗੀ, ਮਤਲਬ ਅਸੀਂ n ਪਤਾ ਕਰਨਾ ਹੈ। ਸੋ ਸਾਡੇ ਕੋਲ ਅਸੀਂ ਪਹਿਲਾਂ ਡਿਫਰੈਂਸ ਫਾਈਂਡ ਕਰਾਂਗੇ 2 ਟਰਮਸ ਦਾ, ਉਹ ਆਏਗਾ -3। ਇਸ ਤੋਂ ਬਾਅਦ ਸਾਨੂੰ ਫਾਰਮੂਲਾ ਪਤਾ ਹੈ ਕਿ AN ਇਜ਼ ਇਕੁਅਲ ਟੂ A ਪਲਸ N ਮਾਈਨਸ 1D। ਅਸੀਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ। ਸੋ ਸਾਡੇ ਕੋਲ ਜੋ n ਆਏਗਾ ਉਹ ਆਏਗਾ 35 ਸਾਰੀਆਂ ਵੈਲਿਊਜ਼ ਪੁੱਟ ਕਰਨ ਤੋਂ ਬਾਅਦ। ਅਗਲਾ ਕੁਐਸਚਨ ਹੈ 3 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 7 ਨਾਲ ਭਾਗਯੋਗ ਹੋਣਗੀਆਂ। ਮਤਲਬ ਇੱਥੇ ਵੀ ਅਸੀਂ n ਹੀ ਫਾਈਂਡ ਕਰਨਾ ਹੈ। ਸਾਨੂੰ ਪਤਾ ਹੈ ਕਿ 3 ਅੰਕਾਂ ਵਾਲੀ ਪਹਿਲੀ ਸੰਖਿਆ ਜੋ ਹੈ ਉਹ ਹੈ 100 ਅਤੇ 3 ਅੰਕਾਂ ਵਾਲੀ ਜੋ ਆਖਰੀ ਟਰਮ ਹੈ ਉਹ ਹੁੰਦੀ ਹੈ 999। ਤਾਂ ਅਸੀਂ ਪਹਿਲਾਂ 3 ਅੰਕਾਂ ਵਾਲੀ ਇਹੋ ਜਿਹੀ ਸੰਖਿਆ ਫਾਈਂਡ ਕਰਨੀ ਹੈ ਜੋ 3 ਅੰਕਾਂ ਦੀ ਹੋਏ ਅਤੇ 7 ਨਾਲ ਭਾਗਯੋਗ ਵੀ ਹੋਏ। ਤਾਂ ਉਹਦੇ ਲਈ ਅਸੀਂ 100 ਨੂੰ 7 ਨਾਲ ਡਿਵਾਈਡ ਕਰਦੇ ਹਾਂ, 2 ਰਿਮਾਈਂਡਰ ਆਉਂਦਾ। ਜੋ ਰਿਮਾਈਂਡਰ ਆਉਂਦਾ ਉਹਨੂੰ 7 ਵਿੱਚੋਂ ਘਟਾ ਕੇ ਅਤੇ 100 ਦੇ ਵਿੱਚ ਐਡ ਕਰ ਦਾਂਗੇ ਤਾਂ ਸਾਡੇ ਕੋਲ ਫਸਟ ਟਰਮ ਆਏਗੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਖਰੀ ਟਰਮ ਫਾਈਂਡ ਕਰਨੀ ਹੈ ਤਾਂ ਅਸੀਂ ਜੋ 999 ਹੈ ਉਹਨੂੰ 7 ਨਾਲ ਡਿਵਾਈਡ ਕਰਦੇ ਹਾਂ। ਜੋ ਸਾਡੇ ਕੋਲ ਰਿਮਾਈਂਡਰ ਆਉਂਦਾ ਹੈ ਉਹਨੂੰ ਅਸੀਂ 999 ਦੇ ਵਿੱਚੋਂ ਮਾਈਨਸ ਕਰਦੇ ਹਾਂ, ਤਾਂ ਸਾਡੇ ਕੋਲ ਜੋ AN ਮਤਲਬ 3 ਅੰਕਾਂ ਦੀ ਲਾਸਟ ਟਰਮ ਜੋ ਹੈ ਜੋ 7 ਨਾਲ ਡਿਵਾਈਡ ਹੋਏਗੀ ਉਹ ਹੈ 994। ਸੋ ਹੁਣ ਸਾਡੇ ਕੋਲ ਹੈ A1 ਮਤਲਬ ਫਸਟ ਟਰਮ 105, ਲਾਸਟ ਟਰਮ ਸਾਡੇ ਕੋਲ ਹੈ 994 ਅਤੇ ਡਿਫਰੈਂਸ ਸਾਡੇ ਕੋਲ ਜੋ ਹੈ ਉਹ ਹੈ 7। ਤਾਂ n ਅਸੀਂ ਫਾਈਂਡ ਕਰ ਸਕਦੇ ਹਾਂ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰਕੇ। ਸੋ ਸਾਡੇ ਕੋਲ n ਆਏਗਾ 128। ਕੁਐਸਚਨ ਹੈ ਜੇਕਰ 7ਵੀਂ ਅਤੇ 13ਵੀਂ ਟਰਮ ਇੱਕ AP ਦੀ ਕ੍ਰਮਵਾਰ 34 ਅਤੇ 64 ਹੈ ਤਾਂ 18ਵੀਂ ਟਰਮ ਕੀ ਹੋਵੇਗੀ। ਤਾਂ ਅਸੀਂ ਫਾਰਮੂਲਾ ਲਗਾਵਾਂਗੇ ਇੱਥੇ। ਤਾਂ ਅਸੀਂ ਲਿਖ ਸਕਦੇ ਹਾਂ ਕਿ 34 ਇਜ਼ ਇਕੁਅਲ ਟੂ A ਪਲਸ 6D ਐਂਡ 64 ਇਜ਼ ਇਕੁਅਲ ਟੂ A ਪਲਸ 12D।
ਜਦੋਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਅਸੀਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਜੋ ਡੀ ਦੀ ਵੈਲਿਊ ਹੈ ਉਹ ਆਏਗੀ 5। ਇੱਥੇ ਜੋ ਡੀ ਦੀ ਵੈਲਿਊ ਆਏਗੀ ਉਸ ਨੂੰ ਅਸੀਂ 34 ਬਰਾਬਰ ਹੈ a+60 ਦੇ ਵਿੱਚ ਪੁੱਟ ਕਰਾਂਗੇ। ਸਾਡੇ ਕੋਲ a ਦੀ ਵੈਲਿਊ ਆਏਗੀ 4। ਤਾਂ ਹੁਣ ਅਸੀਂ an ਦਾ ਫਾਰਮੂਲਾ ਲਗਾਵਾਂਗੇ। an ਦਾ ਫਾਰਮੂਲਾ ਲਗਾਉਣ ਤੋਂ ਬਾਅਦ ਸਾਡੇ ਕੋਲ ਜੋ ਆਨਸਰ ਹੈ ਉਹ ਆਏਗਾ 89। ਸਾਡਾ ਅਗਲਾ ਕੁਐਸਚਨ ਹੈ 8 ਦੇ ਪਹਿਲੇ 15 ਗੁਣਜਾਂ ਦਾ ਜੋੜ ਪਤਾ ਕਰੋ। ਤਾਂ ਸਭ ਤੋਂ ਪਹਿਲਾ ਗੁੰਜ ਹੋਏਗਾ 8, ਫਿਰ 16, ਫਿਰ 24। ਇਸ ਤਰ੍ਹਾਂ ਲਾਸਟ ਜੋ ਹੋਏਗਾ ਤਾਂ ਅਸੀਂ 15 ਦੇ ਨਾਲ 8 ਨੂੰ ਗੁਣਾ ਕਰਾਂਗੇ ਤਾਂ 120 ਆਏਗਾ। ਮਤਲਬ ਲਾਸਟ ਟਰਮ ਜੋ ਹੈ ਸਾਡੀ ਉਹ ਆਏਗੀ 120। ਤਾਂ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਕਿ SN = n/2 a+l। ਤਾਂ ਇੱਥੇ ਵੈਲਿਊਜ਼ ਪੁੱਟ ਕਰਨ ਤੋਂ ਬਾਅਦ ਸਾਡੇ ਕੋਲ ਆਨਸਰ ਆਏਗਾ 960। ਅਗਲਾ ਕੁਐਸਚਨ ਹੈ k 2k-1 2k+1 ਇੱਕ AP ਦੇ 3 ਲਗਾਤਾਰ ਟਰਮਸ ਹਨ ਤਾਂ k ਦੀ ਵੈਲਿਊ ਕੀ ਹੋਏਗੀ। ਤਾਂ ਡਿਫਰੈਂਸ ਜੋ ਹੈ ਟਰਮਸ ਦਾ ਉਹ ਬਰਾਬਰ ਹੁੰਦਾ ਹੈ। ਤਾਂ ਅਸੀਂ ਪਹਿਲੀਆਂ ਦੋ ਟਰਮਸ a2 - a1 ਕਰਦੇ ਹਾਂ ਤਾਂ ਸਾਡੇ ਕੋਲ ਡਿਫਰੈਂਸ ਆਏਗਾ k-1। ਜੇ ਅਸੀਂ a3 - a2 ਕਰਦੇ ਹਾਂ ਤਾਂ ਸਾਡੇ ਕੋਲ ਆਨਸਰ ਆਏਗਾ 2। ਤਾਂ k-1 = 2 ਆਏਗਾ ਕਿਉਂਕਿ ਡਿਫਰੈਂਸ ਬਰਾਬਰ ਹੁੰਦਾ ਹੈ। ਤਾਂ k ਦੀ ਵੈਲਿਊ ਆਏਗੀ 3। Thank you guys for watching this video. Like, share, comment and do not forget to subscribe the channel for more helpful videos.